ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ, ਸੀਨੀਅਰ ਜਰਨਲਿਸਟ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਸਿਖਰਲੀ ਸੱਤਾ ਲਈ ਲੜਾਈ ਕਈ ਮੁਹਾਜਾਂ ਤੇ ਲੜੀ ਜਾ ਰਹੀ ਹੈ। ਅੱਜ ਜਦੋਂ ਕਿਸਾਨ ਜਥੇਬੰਦੀਆਂ ਫਤਿਹ ਮਾਰਚ ਦੇ ਰੂਪ 'ਚ ਹਰਿਆਣੇ ਤੋਂ ਪੰਜਾਬ ਵੱਲ ਦਾਖਲ ਹੋ ਰਹੀਆਂ, ਬੇਸ਼ੁਮਾਰ ਲੋਕ ਸਵਾਗਤ ਲਈ ਉਮੜੇ, ਜਜ਼ਬੇ ਨੂੰ ਸਲਾਮ ਹੋ ਰਿਹਾ, ਕਈ ਤਰ੍ਹਾਂ ਨਾਲ ਲੋਕ ਜਸ਼ਨ ਕਰ ਰਹੇ ਆ। ਉਸੇ ਹੀ ਸਮੇਂ ਬਹੁਤ ਤਰ੍ਹਾਂ ਦੀਆਂ ਬਹਿਸਾਂ ਵਿਸਥਾਰ ਲੈ ਰਹੀਆਂ, ਜਨਮ ਲੈ ਰਹੀਆਂ ਕਿ ਇਹ ਰਾਜਨੀਤੀ ਹੁਣ ਕਿਸ ਦਿਸ਼ਾ 'ਚ ਵਧੂਗੀ। ਅਕਾਲੀ ਦਲ ਇਸ ਮੌਕੇ ਤੇ ਆਪਣੀ ਕਿਸਾਨੀ ਤੇ ਪੰਥਕ ਵੋਟ ਬਚਾਉਣ ਲਈ 14 ਤਰੀਕ ਦੀ ਰੈਲੀ ਦੇ ਕਮਰ ਕੱਸੇ ਕਰੀ ਖੜਾ ਹੈ। ਚਿਹਰਾ ਕਿਸ ਤਰ੍ਹਾਂ ਦਾ ਵਿਖਾਇਆ ਜਾਣਾ, ਕਿਸ ਤਰੀਕੇ ਨਾਲ ਅੱਗੇ ਵਧਣਾ ਹੈ, ਇਹਦੇ ਤੇ ਮੱਥਾ ਪੱਚੀ ਹੋ ਰਹੀ ਹੈ, ਮੰਥਨ ਹੋ ਰਿਹਾ। ਬਾਦਲ ਪਿੰਡ ਦੀਆਂ ਜੂਹਾਂ 'ਚ ਸਿਰ ਜੋੜੇ ਹੋਏ ਆ ਕਿ ਕਿਵੇਂ ਇੱਕ ਦਿਨ ਬਾਅਦ ਆਪਣੇ ਆਪ ਨੂੰ ਦਿਖਾਇਆ ਜਾਣਾ, ਕਿਉਂਕਿ ਇੱਕ ਪਾਸੇ ਕਾਂਗਰਸ ਨੇ ਅਨੁਸੂਚਿਤ ਜਾਤੀਆਂ ਵਾਲਾ ਪੱਤਾ ਖੇਡਿਆ, ਦੂਜੇ ਬੰਨੇ ਕਿਸਾਨੀ ਅੰਦੋਲਨ ਨੇ ਕਿਸਾਨੀ ਨੂੰ ਉਭਾਰਤਾ ਹੈ, ਤੇ ਪੰਥਕ ਸਿਆਸਤ ਨੇ ਬੇਅਦਬੀਆਂ ਤੋਂ ਬਾਅਦ ਫਿਰ ਇੱਕ ਵਾਰੀ ਪਿੜ ਮੱਲ ਲਿਆ। ਹੁਣ ਸਵਾਲ ਇਹ ਸੀਗਾ ਕਿ ਤੁਸੀਂ ਕਿਹੜੇ ਰਾਹ ਥਣੀ ਅੱਗੇ ਵਧਣਾ ਹੈ। ਸੋ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਕਿ ਅਸੀਂ ਇੱਕ ਡਿਪਟੀ ਮੁੱਖ ਮੰਤਰੀ ਬਸਪਾ ਦੇ ਕੋਟੇ ਚੋਂ ਲਾਵਾਂਗੇ, ਮਤਲਬ ਦਲਿਤ ਉਪ ਮੁੱਖ ਮੰਤਰੀ, ਹਾਲਾਂਕਿ ਅਸੀਂ ਦਲਿਤ ਸ਼ਬਦ ਅੱਜ ਕੱਲ ਵਰਤੋਂ ਨਹੀਂ ਕਰਦੇ। ਦੂਜੇ ਬੰਨੇ ਇੱਕ ਹਿੰਦੂ ਚਿਹਰਾ ਵੀ ਜਿਹੜਾ ਉਹ ਅਸੀਂ ਦਿਆਂਗੇ। ਕਿੱਲੀ ਚਾਹਲਾਂ ਦੀ ਰੈਲੀ ਜਿਹੜੀ ਹੈ ਉਹ ਅਕਾਲੀ ਦਲ 'ਚ ਕਿੰਨੀ ਕੁ ਜਾਨ ਪਾਉਂਦੀ ਹੈ, ਕਿੰਨਾ ਕੁ ਮੋਮੈਂਟਮ ਬਿਲਟ ਹੁੰਦਾ ਹੈ, ਕਿੰਨੀ ਕੁ ਵਿਸਥਾਰ ਅਕਾਲੀ ਦਲ ਦੇ ਵੋਟ ਬੈਂਕ 'ਚ ਹੁੰਦਾ, ਇਹ ਬੜਾ ਹੋਊਗਾ, ਕਿਉਂਕਿ ਮੋਰਾਲ ਵਰਕਰਾਂ ਦਾ ਚੱਕਿਆ ਜਾਣਾ। ਦੂਜੇ ਬੰਨੇ ਇੱਕ ਅਹਿਮ ਸਵਾਲ ਆ ਕਿ ਜਦੋਂ ਜਿੱਤ ਦੇ ਜਸ਼ਨ ਨਾਲ ਕਿਸਾਨ ਪੰਜਾਬ ਵੱਲ ਵੱਧ ਰਹੇ ਆ, ਉਸੇ ਵੇਲੇ ਇੱਕ ਹੋਰ ਖਬਰ ਸਿਰ ਚੁੱਕਦੀ ਰਹੀ, ਜਿਹੜੀ ਕਿ ਤੁਸੀਂ ਮੈਨੂੰ ਦੱਸੀ, ਤੁਹਾਡੇ ਨਾਲ ਕੁਝ ਪੱਧਰਾਂ ਤੇ ਇਹ ਗੱਲਬਾਤ ਹੋਈ ਕਿ ਕਿਸਾਨ ਜਥੇਬੰਦੀਆਂ ਦੇ ਬਹੁਗਿਣਤੀ ਆਗੂ, ਇਹਨਾਂ 29 ਦੇ ਵਿੱਚੋਂ ਬਹੁਤੇ ਆਗੂ ਇਸ ਗੱਲ ਦੇ ਨੇ ਕਿ ਸਾਨੂੰ ਪੰਜਾਬ ਦੀ ਸਿਆਸਤ ਵਿੱਚ ਦਖਲ ਦੇਣਾ ਚਾਹੀਦਾ ਹੈ, ਸਾਨੂੰ ਲੋਕ ਮਸਲੇ ਹੱਲ ਕਰਾਉਣ ਲਈ ਵਿਧਾਨ ਸਭਾ ਵਰਗੇ ਮੰਚ ਤੇ ਹੋਣਾ ਚਾਹੀਦਾ। ਇੰਨੇ ਥੋੜੇ ਸਮੇਂ ਦੇ ਵਿੱਚ ਆਪਣੀ ਪਾਰਟੀ ਬਣਾ ਕੇ ਅੱਗੇ ਵਧਣਾ ਔਖਾ, ਜਿਵੇਂ ਤੁਸੀਂ ਮੈਨੂੰ ਦੱਸ ਰਹੇ ਸੀਗੇ, ਔਰ ਕਿਸੇ ਪੱਧਰ ਤੇ ਇਹ ਗੱਲ ਚੱਲਦੀ ਰਹੀ ਕਿ ਕਿਉਂ ਨਾ ਇੱਕ 29 ਤੋਂ 30 ਜਾਂ 32 ਜਿੰਨੇ ਵੀ ਕੈਂਡੀਡੇਟ, ਜਿਹੜੇ ਤਗੜੇ ਕੈਂਡੀਡੇਟ ਨੇ, ਜਿਨ੍ਹਾਂ ਨੇ ਆਪਣੇ ਆਪਣੇ ਹਲਕਿਆਂ ਦੇ ਵਿੱਚ, ਕਿਉਂਕਿ 32 ਕਿਸਾਨ ਜਥੇਬੰਦੀਆਂ ਦੀ ਗੱਲ ਹੁੰਦੀ ਰਹੀ ਆ, ਕਦੇ 29 ਤੇ ਆਉਂਦੀ ਰਹੀ ਆ, ਉਹਨਾਂ ਦੇ ਜਿਹੜੇ ਆਗੂ ਨੇ, ਉਹਨਾਂ ਦਾ ਆਪਣੇ ਆਪਣੇ ਹਲਕਿਆਂ 'ਚ ਆਧਾਰ ਵਧਿਆ, ਮਾਣ ਸਨਮਾਨ ਵਧਿਆ, ਉਹ ਚੰਗੇ ਭਲੇ ਕੈਂਡੀਡੇਟ ਬਣ ਗਏ। ਹਾਲਾਂਕਿ ਰਾਜੇਵਾਲ ਵਰਗੇ ਤਾਂ ਮੁੱਖ ਮੰਤਰੀ ਦੇ ਦਾਅਵੇਦਾਰ ਵੀ ਬਣ ਗਿਆ, ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਇਹ ਲੋਕ ਜੇ ਇਕੱਠੇ ਤੁਰਦੇ ਆ, ਇਸ ਮੌਕੇ ਪਾਰਟੀ ਬਣਾਉਣੀ ਸ਼ਾਇਦ ਦੂਰ ਦੀ ਕੌਡੀ ਆ, ਲੇਕਿਨ ਜੇ ਕਿਸੇ ਨਾਲ ਐਸੋਸੀਏਸ਼ਨ ਦੇ ਵਿੱਚ, ਗੱਠਜੋੜ ਦੇ ਵਿੱਚ ਅੱਗੇ ਵਧਿਆ ਜਾਂਦਾ ਤਾਂ ਮੇਰੇ ਖਿਆਲ ਇਸ ਤਰ੍ਹਾਂ ਦੀ ਕਨਸੋਹ ਨੂੰ ਬੂਰ ਪੈਣਾ ਜਾਂ ਇਸ ਕਨਸੋਹ ਦਾ ਸੱਚ ਹੋਣਾ, ਇਹ ਵੀ ਕਾਫੀ ਅਹਿਮ ਆ। ਇਹ ਕੋਈ ਅੱਤ ਕਥਨੀ ਨਹੀਂ ਗਈ। ਹਾਲਾਂਕਿ ਉਗਰਾਹਾਂ ਸਾਹਿਬ, ਜੋਗਿੰਦਰ ਸਿੰਘ ਉਗਰਾਹਾਂ ਕਹਿ ਚੁੱਕੇ ਆ ਕਿ ਜੇ ਰਾਜੇਵਾਲ ਜਾਂ ਚਡੋਣੀ ਸਿਆਸਤ ਵਿੱਚ ਹਿੱਸਾ ਲੈਣਗੇ, ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਡਾਕਟਰ ਦਰਸ਼ਨਪਾਲ ਇਹਨਾਂ ਦੇ ਵਿੱਚੋਂ ਇੱਕ ਨੇ, ਜਿਹੜੇ ਕਹਿ ਚੁੱਕੇ ਆ ਜਿਨ੍ਹਾਂ ਚੋਣਾਂ ਚਾਣਾ ਲੜਨ ਦਾ ਮਨ ਆ, ਉਹ ਕਿਸਾਨ ਮੋਰਚੇ ਨੂੰ ਛੱਡ ਸਕਦਾ, ਉਹ ਐਸਕੇਐਮ ਨੂੰ ਛੱਡ ਸਕਦਾ ਹੈ। ਲੇਕਿਨ ਖਬਰ ਅਹਿਮ ਆ ਕਿ ਜੇਕਰ ਇਹ 30 ਦੇ ਕਰੀਬ ਸੀਟਾਂ ਲੈ ਕੇ ਆਮ ਆਦਮੀ ਪਾਰਟੀ ਵਰਗੀ ਸਿਆਸੀ ਪਾਰਟੀ ਦੇ ਨਾਲ ਗੱਠਜੋੜ 'ਚ ਆ ਜਾਂਦੇ ਆ, ਤੇ ਪੰਜਾਬ ਦੇ ਸਿਆਸੀ ਸਮੀਕਰਨ ਕੀ ਹੋਣਗੇ। ਸਵਾਲ ਇੱਥੋਂ ਹੀ ਤੋਰ ਲੈਂਦੇ ਆ, ਜਿਹੜਾ ਤੁਹਾਡਾ ਸਰੋਤ ਹੈ ਔਰ ਜਿਸ ਤਰ੍ਹਾਂ ਦੀ ਤੁਸੀਂ ਮੇਰੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਸੀ, ਹਾਲਾਂਕਿ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਸੀਗੀ ਨਹੀਂ, ਹੁਣ ਮੈਨੂੰ ਖੋਲ ਕੇ ਦੱਸਿਓ ਕਿ ਇਹਦੇ ਪਿੱਛੇ ਸਰੋਤ ਕਿੱਥੋਂ ਹੈ, ਇਹ ਤੁਹਾਨੂੰ ਇਸ ਕਨਸੈਪਟ ਜਾਂ ਇਹ ਗੱਠਜੋੜ ਦਾ ਆਧਾਰ ਕੀ ਲੱਗਦਾ ਹੈ, ਜਾਂ 30 ਕਿਸਾਨ ਆਗੂ ਜਿਹੜੇ ਆ ਉਹ 30 ਟਿਕਟਾਂ ਤੇ ਲੜ ਸਕਦੇ ਆ, ਇਹਦੀ ਗੱਲ ਮੈਨੂੰ ਜ਼ਰੂਰ ਦੱਸਿਓ। ਉਂਝ ਜਿੱਤ ਦੇ ਜਸ਼ਨ ਤੇ ਜਿੱਤ ਦਾ ਜਿਹੜਾ ਪਰਚਮ ਹੈ ਉਹ ਬੁਲੰਦ ਹੋਇਆ। ਮੁਬਾਰਕ ਸਾਰਿਆਂ ਨੂੰ ਜਿਹੜੇ ਇਹਦੀ ਅਗਵਾਈ ਕਰ ਰਹੇ। ਰੰਧਾਵਾ ਜੀ, ਅੱਜ ਤੋਂ ਪਹਿਲੇ ਜਦ ਤੱਕ ਕਿਸਾਨਾਂ ਨੇ ਵਾਪਸ ਆਉਣ ਦਾ ਫੈਸਲਾ ਨਹੀਂ ਕੀਤਾ ਸੀਗਾ, ਪੰਜਾਬ ਦੇ ਰਾਜਨੀਤਿਕ ਸਮੀਕਰਨ ਵੱਖਰੇ ਸੀਗੇ। ਹੁਣ ਉਹ ਸਮੀਕਰਨ ਬਦਲ ਸਕਦੇ ਨੇ, ਇਸ ਗੱਲ ਦੀ ਖਬਰ ਚੱਲ ਰਹੀ ਹੈ। ਹੁਣ ਇਹ ਜਿਹੜਾ ਤੁਸੀਂ ਮੈਨੂੰ ਸੂਤਰ ਦੱਸਿਆ, ਸੂਤਰ ਤੇ ਮੈਂ ਨਹੀਂ ਦੱਸੂਗਾ ਕਿ ਮੈਨੂੰ ਕਿਹਨੇ ਦੱਸਿਆ, ਪਰ ਇੱਕ ਵੱਡਾ ਕਿਸਾਨੀ ਆਗੂ, ਉਹਨੇ ਮੈਨੂੰ ਆਪ ਦੱਸਿਆ ਕਿ 15 ਤਰੀਕ ਤੋਂ ਬਾਅਦ ਕਿਸੇ ਵੀ ਟਾਈਮ ਇਸ ਗੱਲ ਦਾ ਐਲਾਨ ਹੋ ਸਕਦਾ ਹੈ ਕਿ ਰਾਜੇਵਾਲ ਉਹਨਾਂ ਔਰ ਹਰਮੀਤ ਕਾਦੀਆਂ ਉਹਨਾਂ, ਜਿਹੜੇ BKU ਕਾਦੀਆਂ ਦੇ ਲੀਡਰ ਹੈਗੇ ਨੇ, ਉਹ ਇੱਕ ਪਲੇਟਫਾਰਮ ਬਣਾ ਕੇ ਸ਼ਾਇਦ ਆਮ ਆਦਮੀ ਪਾਰਟੀ ਦੇ ਨਾਲ ਕੋਈ ਅਲਾਈਅੰਸ ਕਰ ਸਕਦੇ ਨੇ। ਗੱਲ 30 ਸੀਟਾਂ ਦੀ ਵੀ ਚੱਲੀ ਹੈ ਕਿ 30 ਸੀਟਾਂ ਦੇ ਉੱਤੇ ਕੋਈ ਸਹਿਮਤੀ ਬਣਦੀ ਨਜ਼ਰ ਆਉਂਦੀ ਹੈ।
ਪਰ ਉਹ ਵੱਖਰੀ ਪਾਰਟੀ ਬਣਾ ਕੇ ਇਹ ਅਲਾਈਅੰਸ ਕਰਨਗੇ ਜਾਂ ਆਮ ਆਦਮੀ ਪਾਰਟੀ ਦੇ ਚੁਣਾਵ ਚਿੰਨ੍ਹ ਦੇ ਉੱਤੇ ਜਾਂ 30 ਸੀਟਾਂ ਲੜਨਗੇ, ਇਹਦੇ ਉੱਤੇ ਵੀ ਗੱਲਬਾਤ ਚੱਲਦੀ ਪਈ ਹੈ। ਦੂਜੇ ਪਾਸੇ ਚਰੂਨੀ ਉਹਨਾਂ ਦੀ ਜਿਹੜੀ ਪਾਰਟੀ ਹੈਗੀ ਹੈ ਮਿਸ਼ਨ ਪੰਜਾਬ, ਉਹਦੇ ਵਾਸਤੇ ਵੀ ਤਿਆਰੀ ਚੱਲ ਰਹੀ ਹੈ ਕਿ 14-15 ਤਰੀਕ ਨੂੰ ਵੀ ਸ਼ਾਇਦ ਰਾਜੇਵਾਲ ਉਹਨਾਂ ਦੀ ਅਨਾਉਂਸਮੈਂਟ ਤੋਂ ਪਹਿਲੇ ਹੀ ਇਦਾਂ ਦੀ ਕੋਈ ਅਨਾਉਂਸਮੈਂਟ ਹੋ ਜਾਏ ਕਿ ਚਰੂਨੀ ਉਹਨਾਂ ਵੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਆਪਣੀ ਪਾਰਟੀ ਦਾ ਤੇ ਪਾਰਟੀ ਦੇ ਕੈਂਡੀਡੇਟਸ ਦਾ ਐਲਾਨ ਕਰ ਦੇਣ। ਬਾਅਦ ਚੋਂ ਚੱਲ ਕੇ ਹੋ ਸਕਦਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਅੰਤਰਗਤ ਇਹ ਦੋਨੋਂ ਜਿਹੜੇ ਵੱਖਰੇ ਵੱਖਰੇ ਵਿੰਗ ਹੈਗੇ ਆ ਜਿਹਦੀ ਕਿਸਾਨੀ ਪਾਰਟੀ ਦੇ ਰੂਪ ਵਿੱਚ ਜਨਮ ਲੈ ਰਹੇ ਨੇ, ਉਹ ਆਪਸ ਵਿੱਚ ਇਕੱਠੇ ਵੀ ਹੋ ਸਕਦੇ ਨੇ। ਇਸ ਗੱਲ ਦੀ ਵੀ ਕੰਸੋ ਲਗਾਈ ਜਾ ਰਹੀ ਹੈ। ਪਰ ਹੁੰਦਾ ਕੀ ਹੈ, ਪਰ ਇਹ ਗੱਲ ਤੇ ਤੈਅ ਵੇ ਕਿ ਕਿਸਾਨ ਜੋ ਇੱਕ ਵੱਡੀ ਜਿੱਤ ਪ੍ਰਾਪਤ ਕਰਕੇ ਦਿੱਲੀ ਤੋਂ ਵਾਪਸ ਲੌਟ ਰਹੇ ਨੇ, ਉਹ ਜ਼ਰੂਰ ਕੋਈ ਇਸ ਤਰ੍ਹਾਂ ਦੀ ਪੋਲੀਟੀਕਲ ਐਸਪੀਰੇਸ਼ਨ, ਕਿਉਂਕਿ ਲੋਕ ਉਹਨਾਂ ਨੂੰ ਕਹਿ ਰਹੇ ਨੇ, ਭਾਵੇਂ ਉਹ ਹਜੇ ਵੀ ਡਬਲ ਮਾਈਂਡਡ ਸੀਗੇ, ਪਰ ਲੋਕਾਂ ਨੇ ਉਹਨਾਂ ਨੂੰ ਕਨਵਿੰਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਵੀ ਤੁਹਾਨੂੰ ਸਿਆਸੀ ਤੌਰ ਤੇ ਹੁਣ ਆਉਣਾ ਚਾਹੀਦਾ ਹੈ, ਕਿਉਂਕਿ ਜੇ ਤੁਸੀਂ ਸਰਕਾਰ ਦੇ ਸਿਸਟਮ ਦੇ ਪਾਰਟ ਬਣ ਕੇ ਕਿਸਾਨੀ ਦਾ ਭਲਾ ਕਰਨਾ ਚਾਹੋ ਤੇ ਉਹ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਹਾਲਾਂਕਿ ਕੁਝ ਲੋਕ ਇਹ ਵੀ ਕਹਿੰਦੇ ਸੀਗੇ ਕਿ ਜੇ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਰਹੇ ਔਰ ਆਪਣੇ ਆਪ ਨੂੰ ਪੋਲਿਟਿਕਸ ਤੋਂ ਦੂਰ ਰੱਖੇ ਤਾਂ ਉਹ ਆਪਣੇ ਆਪ ਵਿੱਚ ਇੱਕ ਵੱਡਾ ਪ੍ਰੈਸ਼ਰ ਗਰੁੱਪ ਬਣ ਕੇ ਉੱਭਰ ਸਕਦਾ ਹੈ। ਪਰ ਹੁਣ ਕਿਸਾਨਾਂ ਦੇ ਪੋਲਿਟਿਕਸ ਦੇ ਵਿੱਚ ਆਉਣ ਦੀ ਗੱਲਾਂ ਪੁਰਜੋਰ ਤਰੀਕੇ ਨਾਲ ਚੱਲ ਰਹੀ ਹੈ ਔਰ ਬੜੀ ਛੇਤੀ, ਜਦ ਅਸੀਂ ਬੜੀ ਛੇਤੀ ਕਹਿੰਦੇ ਹਾਂ ਤੇ ਅਗਲੇ ਹਫਤੇ ਤੁਹਾਨੂੰ ਇੱਦਾਂ ਦੀ ਕੁਝ ਗੱਲਾਂ ਸੁਣਨ ਨੂੰ ਮਿਲ ਸਕਦੀ ਹੈ ਕਿ ਫਲਾਣਾ ਕਿਸਾਨ ਲੀਡਰ ਉਹ ਫਲਾਣੀ ਪਾਰਟੀ ਨਾਲ ਗੱਲਬਾਤ ਕਰ ਰਿਹਾ ਹੈ ਔਰ ਅੱਗੇ ਚੱਲ ਕੇ ਕੁਝ ਸੀਟਾਂ ਦੇ ਉੱਤੇ ਸਮਝੌਤਾ ਕਰਕੇ ਭਾਵੇਂ ਉਸ ਵੱਡੀ ਪਾਰਟੀ ਜਿਹੜੀ ਪੋਲੀਟੀਕਲ ਪਾਰਟੀ ਹੈ ਉਹਦੇ ਚੁਣਾਵ ਚਿੰਨ੍ਹ ਤੇ ਜਾਂ ਕੋਈ ਆਪਣਾ ਵੱਖਰਾ ਇੱਕ ਗਰੁੱਪ ਬਣਾ ਕੇ, ਪ੍ਰੈਸ਼ਰ ਗਰੁੱਪ ਬਣਾ ਕੇ ਇਲੈਕਸ਼ਨ ਲੜਿਆ ਜਾ ਸਕਦਾ ਹੈ। ਪਰ ਇਹ ਸਮੀਕਰਨ ਬਣ ਰਹੇ ਨੇ ਔਰ ਇਹ ਐਕਚੁਅਲੀ ਤਦ ਹੀ ਪਤਾ ਲੱਗੇਗਾ ਜਦ ਅਗਲੇ ਹਫਤੇ ਜਿਹੜੀ ਗੱਲਾਂ ਦੀ ਅਸੀਂ ਗੱਲ ਤੋੜ ਰਹੇ ਹਾਂ ਉਹ ਵਾਕਈ ਉਦਾਂ ਦੀ ਹੁੰਦੀ ਹੈ। ਕਿਉਂਕਿ ਸੂਤਰ ਜਦ ਤੁਹਾਨੂੰ ਕੋਈ ਚੀਜ਼ ਦੱਸਦੇ ਨੇ ਤਾਂ ਕਈ ਵਾਰ ਉਹ ਕੱਚੇ ਪੱਕੇ ਹੁੰਦੇ ਨੇ, ਪਰ ਕੱਚੇ ਪੱਕੇ ਹੋਣ ਦੇ ਬਾਵਜੂਦ ਵੀ ਤਰੀਕਾਂ ਦਾ ਵੀ ਅਨਾਉਂਸਮੈਂਟ ਕਰਨਾ, ਕਿਉਂਕਿ ਅੱਜ ਤੁਸੀਂ ਰਾਜੇਵਾਲ ਉਹਨਾਂ ਦਾ ਇੰਟਰਵਿਊ ਸੁਣੋ, ਉਸ ਇੰਟਰਵਿਊ ਦੇ ਵਿੱਚੋਂ ਵੀ ਤੁਹਾਨੂੰ ਇਹ ਗੱਲ ਲੱਗਦੀ ਹੈ ਕਿ 15 ਤਰੀਕ ਤੋਂ ਬਾਅਦ ਰਾਜੇਵਾਲ ਉਹਨਾਂ ਕੋਈ ਪੋਲੀਟੀਕਲ ਐਰੀਨਾ ਦੇ ਵਿੱਚ ਆਉਣ ਦਾ ਫੈਸਲਾ ਕਰ ਸਕਦੇ ਨੇ। ਕਿਉਂਕਿ ਭਾਸਕਰ ਸਾਹਿਬ, ਹਾਂ ਤੁਸੀਂ ਕਰ ਲਓ ਗੱਲ। ਉਹਨਾਂ ਨੇ ਇੱਕ ਵਾਰ ਵੀ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿ ਰਾਜਨੀਤੀ ਦੇ ਵਿੱਚ ਤੁਸੀਂ ਆਓਗੇ, ਉਹਨਾਂ ਨੇ ਨਾ ਨਹੀਂ ਕੀਤੀ। ਉਹਨਾਂ ਨੇ ਆ ਕਿਹਾ ਦੇਖੋ 15 ਤਰੀਕ ਤੋਂ ਬਾਅਦ ਆਪਾਂ ਕੀ ਫੈਸਲਾ ਲੈਂਦੇ ਨੇ। 15 ਤਰੀਕ ਦਾ ਉਹਨਾਂ ਨੇ ਸ਼ਡਿਊਲ ਵੀ ਦੱਸਤਾ ਕਿ ਵੀ ਅੱਜ ਤੇ ਅਸੀਂ ਪੰਜਾਬ ਜਾਵਾਂਗੇ ਤੇ ਮੈਂ ਲੁਧਿਆਣੇ ਤੋਂ ਬਾਅਦ ਆਪਣੇ ਘਰ ਜਾਵਾਂਗਾ, ਕੱਲ ਦਾ ਦਿਨ ਮੈਂ ਆਰਾਮ ਕਰੂੰਗਾ, ਪਰਸੋਂ ਦੇ ਦਿਨ ਗੁਰਦੁਆਰੇ ਮੱਥਾ ਟੇਕ ਕੇ ਫਿਰ 15 ਤਰੀਕ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਕੋਈ ਫੈਸਲਾ ਇਸ ਬਾਰੇ ਚ ਲੈ ਸਕਦੇ ਹਾਂ। ਯਾਨੀ ਉਹਨਾਂ ਨੇ ਆਊਟ ਨਹੀਂ ਕੀਤਾ। ਤੇ ਇਸ ਤਰੀਕੇ ਨਾਲ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਖਬਰਾਂ ਸਾਡੇ ਸੂਤਰ ਸਾਨੂੰ ਦੇ ਰਹੇ ਨੇ ਉਹ ਵੀ ਸਹੀ ਹੋ ਸਕਦੀ ਹੈ। ਦੇਖੋ 13 ਤਰੀਕ ਨੂੰ ਦਰਬਾਰ ਸਾਹਿਬ ਜਾ ਰਹੇ ਨੇ, ਇਹ 'ਚ ਕੋਈ ਦੋ ਰਾਵਾਂ ਨਹੀਂ, ਲੇਕਿਨ ਜਿਹੜੀ ਮੇਰੇ ਕੋਲ ਕੰਸੋ ਸੀ ਕਿ ਕਿਸਾਨ ਜਥੇਬੰਦੀਆਂ ਦੇ ਇਹਨਾਂ ਵੱਡੇ ਆਗੂਆਂ ਨੇ ਇੱਕ ਫੈਸਲਾ ਕੀਤਾ ਹੈ ਕਿ ਸਾਡੀ ਤਾਕਤ ਇਕੱਠੇ ਰਹਿਣ 'ਚ ਆ, ਸਾਡੀ ਜਿੱਤ ਵੀ ਇਕੱਠੇ ਰਹਿਣ 'ਚ ਹੋਈ ਹੈ। ਇੱਕ ਖਾਸ ਸੋਚ ਦਾ ਜਿਹੜਾ ਇਕੱਠਿਆਂ ਅੱਗੇ ਤੁਰਨਾ, ਇਹਨੇ ਹੀ ਸਾਡੀ ਤਾਕਤ ਬਣਾਈ ਆ ਤੇ ਇਹਨੇ ਹੀ ਪੰਜਾਬ ਦੇ ਵਿੱਚ ਸਾਡਾ ਮੁੱਲ ਵਧਾਇਆ। ਪੰਜਾਬ ਦੀ ਸਰਕਾਰ ਭਾਵੇਂ ਪਹਿਲਾਂ ਕੈਪਟਨ ਹੁਣ ਚੰਨੀ ਸਾਹਿਬ ਦੀ ਆ, ਦੋਨਾਂ ਨੇ ਜਿਹੜੀ ਕਿਸਾਨ ਤਾਕਤ ਆ ਉਹਨੂੰ ਭਾਂਪਦਿਆਂ ਭੋਰਾ ਜਿੰਨੀ ਵੀ ਗਲਤੀ ਕਿਤੇ ਨਹੀਂ ਕੀਤੀ। ਹੁਣ ਵੀ ਮੁੱਖ ਮੰਤਰੀ ਸ਼ਾਇਦ ਇਹਨਾਂ ਹੀ 38 ਜਥੇਬੰਦੀਆਂ ਨੂੰ ਮਿਲ ਰਿਹਾ ਜਲਦੀ, ਇੱਕ ਉਹਨਾਂ ਦਾ ਸ਼ਡਿਊਲ ਜਾਰੀ ਹੋਇਆ। ਹੁਣ ਦੇਖਣਾ ਇਹ ਹੈ ਕਿ ਜਦੋਂ ਇਹ ਲੋਕ ਇਸ ਗੱਲ ਦੇ ਉੱਤੇ ਵਜਿੱਦ ਨੇ ਔਰ ਇਸ ਗੱਲ ਦੇ ਉੱਤੇ ਇਹਨਾਂ ਦਾ ਜ਼ੋਰ ਆ ਕਿ ਸਾਡੇ ਇਕੱਠੇ ਰਹਿਣ ਵਿੱਚ ਹੀ ਸਾਡੀ ਗੱਲ ਅੱਗੇ ਵੱਧਦੀ ਆ, ਤਾਂ ਕੀ ਸਰਬਸਹਿਮਤੀ ਨਾਲ ਜਦੋਂ ਡਾਕਟਰ ਦਰਸ਼ਨਪਾਲ ਵਿਰੋਧ ਕਰ ਚੁੱਕਿਆ, ਜਦੋਂ ਹੋਰ ਵੀ ਕਈ ਕਿਸਾਨ ਜਥੇਬੰਦੀਆਂ ਇਲੈਕਸ਼ਨ ਲੜਨ ਦੇ ਖਿਲਾਫ ਨੇ, ਉਹ ਸਰਬਸਹਿਮਤੀ ਨਾਲ ਇਲੈਕਸ਼ਨ ਲੜਨ ਦਾ ਕੋਈ ਫੈਸਲਾ ਲੈ ਪਾਉਣਗੇ? 15 ਤਰੀਕ ਵਾਲੇ ਦਿਨ ਜਦੋਂ ਇਹ ਲੋਕ ਜੁੜਨਗੇ ਤਾਂ ਬੁਨਿਆਦੀ ਤੌਰ ਤੇ ਇਹ ਪੰਜਾਬ ਦੇ ਵਿੱਚ ਇੱਕ ਵੱਡੇ ਇਕੱਠ ਲਈ ਐਲਾਨ ਕਰਨਗੇ, ਕੋਈ ਡੇਟ ਅਨਾਉਂਸ ਕਰਨਗੇ ਕਿ ਕਿਸ ਦਿਨ ਪੰਜਾਬ ਦੇ ਵਿੱਚ ਆਪਣਾ ਇਕੱਠ ਕਰਨਗੇ। ਹੁਣ ਇਹ ਬੜੀ ਦਿਲਚਸਪ ਗੱਲ ਆ ਵੀ 14 ਤਰੀਕ ਵਾਲੇ ਦਿਨ ਅਕਾਲੀ ਦਲ ਦਾ ਇਕੱਠ ਹੋ ਰਿਹਾ, 14 ਤਰੀਕ ਵਾਲੇ ਦਿਨ ਅਕਾਲੀ ਦਲ ਦਾ ਇਕੱਠ ਹੋ ਰਿਹਾ ਔਰ ਕਿੱਲੀ ਚਾਲਾਂ ਵਾਲੀ ਰੈਲੀ ਨੂੰ ਦੇਖਣ ਤੋਂ ਬਾਅਦ ਸ਼ਾਇਦ ਇਹ ਕਿਸਾਨ ਜਥੇਬੰਦੀਆਂ ਫੈਸਲਾ ਕਰਨਗੀਆਂ ਕਿ ਅਸੀਂ ਆਪਣਾ ਇਕੱਠ ਜਿਹੜਾ ਜਾਂ ਆਪਣੀ ਸ਼ੋਅ ਆਫ ਸਟਰੈਂਥ ਆ ਉਹ ਕਿੱਡੀ ਕੁ ਦਿਖਾਉਣੀ। ਫੈਸਲਾ ਉਸੇ ਦਿਨ ਹੀ ਹੋਊਗਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਸ਼ਾਇਦ ਇਹ ਸਭ ਤੋਂ ਵੱਡੀ ਰੈਲੀ ਹੋਣ ਵਾਲੀ ਆ ਇਲੈਕਸ਼ਨ ਤੋਂ ਪਹਿਲਾਂ, ਕਿੱਲੀ ਚਾਲਾਂ ਵਾਲੀ,
ਕਿਉਂਕਿ ਮਹੀਨਾ ਖੰਡ ਲੱਗ ਜਾਂਦਾ, ਕਾਂਗਰਸ ਨੇ ਕੋਈ ਐਲਾਨ ਕੀਤੀ ਨਹੀਂ। ਬਹੁਤ ਚਿਰ ਪਹਿਲਾਂ ਜਦੋਂ ਪਹਿਲੀ ਇਲੈਕਸ਼ਨ ਹੋਈ ਸੀ 17 ਵਾਲੀ, ਤੁਹਾਨੂੰ ਯਾਦ ਹੋਣਾ ਹੈ ਕਿ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਜਾ ਕੇ ਬਾਦਲਾਂ 'ਚ ਕੀਤੀ ਸੀ, ਮੇਰੇ ਖਿਆਲ ਲੰਬੀ ਦੇ ਵਿੱਚ ਜਾ ਕੇ ਰੈਲੀ ਕੀਤੀ ਸੀ। ਉਸੇ ਦਿਨ ਸੇਮ 3 ਸੀਗੀਆਂ, ਇੱਕ ਸੁਖਪਾਲ ਸਿੰਘ ਖਹਿਰਾ ਵਾਲਾ ਜਿਹੜਾ ਬੇਅਦਬੀ ਮਾਮਲਿਆਂ ਦੇ ਸੰਬੰਧ ਦੇ ਵਿੱਚ ਇੱਕ ਮਾਰਚ ਸੀ ਜਿਹਨੂੰ ਇਨਸਾਫ ਮਾਰਚ ਦੀ ਗੱਲ ਹੋਈ ਸੀ, 3 ਇਕੱਠੇ ਉਸ ਦਿਨ ਮੇਰੇ ਖਿਆਲ ਮਾਲਵਾ ਖਿੱਤਾ ਕੋਈ ਰੋਡ ਹੀ ਨਹੀਂ ਸੀ ਬਚੀ ਕਿ ਇੰਨੇ ਵਹੀਕਲ ਤੇ ਲੋਕ ਕਿੰਨੇ ਉੱਥੇ ਸਿਰ ਇਕੱਠੇ ਹੋਏ ਸੀ। ਹੁਣ ਕਿਉਂਕਿ ਅਕਾਲੀ ਦਲ ਨੇ ਇਹਦੇ ਵਿੱਚ ਐਜ ਲਿਆ, ਉਹਨਾਂ ਨੇ ਆਪਣਾ ਇਕੱਠ ਪਹਿਲਾਂ ਸ਼ੋਅ ਕਰਤਾ ਹੈ, ਭਾਵੇਂ ਉਹਨਾਂ ਬਹਾਨਾ ਇਹੀ ਲਾਇਆ ਕਿ ਅਸੀਂ ਆਪਣਾ 101ਵਾਂ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣਾ, ਜਿਹੜਾ ਕੋਵਿਡ ਕਰਕੇ 100 ਸਾਲਾ ਪ੍ਰੋਪਰ ਨਹੀਂ ਸੀ ਮਨਾਇਆ ਗਿਆ। ਲੇਕਿਨ ਜੇਕਰ ਕਿਸਾਨ ਜਥੇਬੰਦੀਆਂ ਦਾ ਇਕੱਠ ਉਹਨਾਂ ਨਾਲੋਂ ਵੀ ਵੱਡਾ ਹੁੰਦਾ ਹੈ, ਮੰਨ ਲਓ ਜਿਸ ਤਰ੍ਹਾਂ ਦੀ ਕੋਸ਼ਿਸ਼ ਰਹੂਗੀ ਕਿਸਾਨ ਜਥੇਬੰਦੀਆਂ ਦੀ, ਕਿਉਂਕਿ ਲੋਕ ਆਪ ਮੁਹਾਰੇ ਆਉਣ ਦੀ ਉਮੀਦ ਹੁੰਦੀ ਹੈ, ਉਹਦੇ ਲਈ ਮੇਰਾ ਖਿਆਲ ਹੈ ਕਿ ਜੇ ਕੋਈ ਉਹ ਇਕੱਠ ਦੀ ਡੇਟ ਤਰੀਕ ਨਿਰਧਾਰਤ ਹੁੰਦੀ ਹੈ ਤੇ ਉਹਦੇ ਤੋਂ ਪਹਿਲਾਂ ਇਹ ਸਿਰ ਜੋੜ ਕੇ ਫੈਸਲੇ ਕਰਨਗੇ ਕਿ ਹੁਣ ਸਿਆਸੀ ਇਸ ਚੇਤਨਾ ਨੂੰ ਸਿਆਸੀ ਮੰਚ ਦੇਣਾ ਕਿ ਨਹੀਂ, ਹੁਣ ਇਸ ਚੇਤਨਾ ਨੂੰ ਕੁਝ ਨਾ ਦੇਣਾ ਕਿ ਨਹੀਂ। ਲੋਕ ਪੰਜਾਬ ਦੇ ਲੋਕਾਂ ਦੀ ਤਾਕਤ ਵੇਖਣਗੇ ਤੇ ਫਿਰ ਫੈਸਲਾ ਕਰਨਗੇ। ਤੁਸੀਂ ਠੀਕ ਕਹਿ ਰਹੇ ਹੋ ਕਿ ਇਸ ਮੌਕੇ ਤੇ 117 ਲੜਨੀਆਂ ਸ਼ਾਇਦ ਉਹਨਾਂ ਨੂੰ ਔਖਾ ਲੱਗੇ, 117 ਲੜਨ ਲੱਗਿਆ ਸ਼ਾਇਦ ਸਾਧਨ ਵੀ ਘੱਟ ਪੈ ਜਾਂਦੇ ਆ, ਲੇਕਿਨ ਜੇਕਰ ਉਹ 30 ਜਾਂ 40 ਜਾਂ 50 ਸੀਟਾਂ ਦੇ ਉੱਤੇ ਕਿਸੇ ਵੀ ਰਾਸੀ ਪਾਰਟੀ ਦੇ ਨਾਲ ਅੱਧੋ ਅੱਧ ਵਿੱਚ ਚਲੇ ਜਾਂਦੇ ਆ, ਜਾਂ ਜਿਵੇਂ ਤੁਸੀਂ 30 ਸੀਟਾਂ ਦੀ ਗੱਲ ਕਰ ਰਹੇ ਹੋ ਕਿ ਸਾਰੇ ਵੱਡੇ ਆਗੂ ਲੜ ਲੈਣ, ਤਾਂ ਮੇਰਾ ਖਿਆਲ ਹੈ ਕਿ ਉਹ ਆਪਣੇ ਚੋਣ ਨਿਸ਼ਾਨ ਤੇ ਲੜਨਾ ਪਸੰਦ ਕਰਨਗੇ। ਇੱਥੇ ਸਵਾਲ ਆ ਕਿ ਕਿਹੜੀ ਪਾਰਟੀ ਉਹਨਾਂ ਨੂੰ ਆਪਣੇ ਚੋਣ ਨਿਸ਼ਾਨ ਤੇ ਲੜਨ ਦੀ ਆਗਿਆ ਦਿੰਦੀ ਆ, ਕਿਹੜੀ ਪਾਰਟੀ ਆਪਣੇ ਹੱਥ ਵੱਢ ਕੇ ਦੇਣਾ ਚਾਹੂਗੀ, ਕਿਉਂਕਿ ਜੇ ਹੰਗ ਅਸੈਂਬਲੀ ਆਉਂਦੀ ਆ ਤੇ ਗੱਠਜੋੜਾਂ 'ਚ ਲੜੇ ਲੋਕ ਜਿਹੜੇ ਆ ਉਹ ਕਿਸ ਪਾਸੇ ਚਲੇ ਜਾਣ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੁੰਦੀ। ਸੋ ਸਵਾਲ ਇਹ ਆ ਕਿ ਕੀ ਕੇਜਰੀਵਾਲ, ਕਿਉਂਕਿ ਬਾਕੀ ਪਾਰਟੀਆਂ ਤਾਂ ਹੁਣ ਅਕਾਲੀ ਦਲ ਵਾਲੇ ਵੰਡ ਚੁੱਕੇ ਆ, ਕਾਂਗਰਸ ਦੇ ਆਪਣੇ ਕੈਂਡੀਡੇਟਸ ਲੜੀ ਜਾਂਦੇ ਆ, ਉਹਨਾਂ ਕੋਲ ਤਾਂ ਸੀਟਾਂ ਨਾਲੋਂ ਜ਼ਿਆਦਾ ਕੈਂਡੀਡੇਟ ਆ। ਸਵਾਲ ਇਹ ਆ ਕਿ ਬੀਜੇਪੀ ਨਾਲ ਰਾਜੇਵਾਲ ਸਾਹਿਬ ਦਾ 36 ਦਾ ਅੰਕੜਾ ਜ਼ਾਹਰ ਹੋ ਚੁੱਕਿਆ, ਰਹਿੰਦਾ ਕੁੱਲ ਮਿਲਾ ਕੇ ਇੱਕੋ ਹੀ ਆ ਆਮ ਆਦਮੀ ਪਾਰਟੀ, ਤੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਐਡੇ ਸੌਖੇ ਫੈਸਲੇ ਲੈਂਦੇ ਨਹੀਂ। ਸੋ ਇਹ ਇੱਕ ਸੰਕਟਮਈ ਸਥਿਤੀ ਹੋਊਗੀ ਕਿ ਉਹ ਕਿਸਾਨ ਜਥੇਬੰਦੀਆਂ ਰਾਜਨੀਤੀ ਚਾਉਣਾ ਚਾਹਣਗੀਆਂ ਜਾਂ ਰਾਜਨੀਤੀ ਦੀ ਬਾਹ ਮਰਾਉਣ ਲਈ, ਜਿੱਦਾਂ ਉਹਨਾਂ ਨੇ ਪਹਿਲਾਂ ਕੀਤਾ ਆਪਣੀਆਂ ਮੰਗਾਂ ਮਨਾਉਣ ਲਈ, ਆਪਣਾ ਪ੍ਰੈਸ਼ਰ ਕਿਸਾਨੀ ਦਾ ਜਿਹੜਾ ਪੂਰਾ ਪ੍ਰੈਸ਼ਰ ਆ ਉਹ ਸਰਕਾਰਾਂ ਦੇ ਉੱਤੇ ਰੱਖਣਗੀਆਂ, ਜਿਹਨੂੰ ਕਹਿੰਦੇ ਧੌਣ ਤੇ ਗੋਡਾ ਵਾਂਗ। ਸੋ ਇਹ ਸਵਾਲ ਬੜਾ ਅਹਿਮ ਆ, ਇਹ ਦਿਲਚਸਪ ਹੋਊਗਾ ਦੇਖਣਾ ਕਿ ਜਿਹੜਾ ਵੱਡਾ ਇਕੱਠ ਹੋਣਾ ਹੈ ਉਸ ਇਕੱਠ ਦੇ ਵਿੱਚ ਜਾਂ ਉਸ ਇਕੱਠ ਨੂੰ ਵੇਖ ਕੇ ਕਿਸ ਤਰੀਕੇ ਦੀ ਦਿਸ਼ਾ 'ਚ ਅੱਗੇ ਵਧਦੇ ਆ ਕਿਸਾਨ ਲੀਡਰ। ਰੰਧਾਵਾ ਜੀ, ਜਦ ਇਹ ਕਿਸਾਨ ਮੋਰਚਾ ਦਿੱਲੀ ਦੇ ਬਾਰਡਰਾਂ ਤੇ ਨਹੀਂ ਲੱਗਿਆ ਸੀਗਾ, ਤੁਸੀਂ ਉਸ ਤੋਂ ਪਹਿਲੇ ਦੇ ਹਾਲਾਤ ਦੇਖੋ। ਜੇ 32 ਕਿਸਾਨ ਯੂਨੀਅਨ ਦੀ ਗੱਲ ਕਰਦੇ ਆ ਤੇ ਉਸ ਟਾਈਮ 23 ਕੁ ਗਿਣੀ ਜਾਂਦੀ ਸੀਗੀ ਜੀ, ਔਰ 23 ਕਦੀ ਵੀ ਇੱਕ ਮੰਚ ਤੇ ਆ ਸਕਦੀਆਂ, ਇਸ ਗੱਲ ਦੀ ਕੋਈ ਸੋਚ ਵੀ ਨਹੀਂ ਸਕਦਾ ਸੀਗਾ ਇਸ ਗੱਲ ਨੂੰ ਕਿ ਕਦੀ ਇਹ ਸਾਰੇ ਇਕੱਠੇ ਵੀ ਹੋ ਸਕਦੇ ਨੇ, ਪਰ ਇਕੱਠੇ ਹੋਏ। ਔਰ ਉਹਨਾਂ ਵਿੱਚੋਂ ਸਾਰੇ ਲੀਡਰ, ਮੈਂ ਇੱਕ ਲੀਡਰ ਦੀ ਗੱਲ ਨਹੀਂ ਕਰਦਾ, ਭਾਵੇਂ ਬਲਬੀਰ ਸਿੰਘ ਰਾਜੇਵਾਲ ਉਹਨਾਂ ਬੜੇ ਸੂਝਵਾਨ ਲੀਡਰ ਵਜੋਂ ਉਭਰੇ ਨੇ, ਪਰ ਇੱਕ ਵੀ ਲੀਡਰ ਆਪਣੇ ਆਪਣੇ ਮੋਰਚੇ ਦੇ ਜਾਂ ਉਸ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਤਲੇ ਇੱਕ ਸੂਝਵਾਨ ਲੀਡਰ ਵਜੋਂ ਉਭਰਿਆ। ਔਰ ਹਰ ਕੋਈ ਜਦ ਮੀਡੀਆ ਨਾਲ ਗੱਲ ਕਰਦਾ ਸੀਗਾ ਤੇ ਉਹਨਾਂ ਦੀ ਗੱਲ ਦੇ ਵਿੱਚ ਇੰਨੀ ਕੁ ਕਲੈਰਿਟੀ ਹੁੰਦੀ ਸੀ, ਔਰ ਜਿਸ ਤਰੀਕੇ ਨਾਲ ਇਸ ਮੋਰਚੇ ਨੂੰ ਉਹਨਾਂ ਨੇ ਸ਼ਾਂਤੀਪੂਰਨ ਤਰੀਕੇ ਨਾਲ ਲੜਿਆ ਔਰ ਜਿੱਤਿਆ, ਇਹ ਆਪਣੇ ਆਪ ਵਿੱਚ ਜਿੱਤ ਉਹਨਾਂ ਦੇ ਪੋਲੀਟੀਕਲ ਇੰਸਪੀਰੇਸ਼ਨਸ ਨੂੰ ਵੀ ਵਧਾਉਂਦੀ ਹੈ ਕਿ ਜੇ ਇੰਨਾ ਵੱਡਾ ਮੋਰਚਾ, ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝੁਕਣਾ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੇ ਬਾਰੇ 'ਚ ਇਹ ਗੱਲ ਕਹੀ ਜਾਂਦੀ ਹੈ ਕਿ ਇੱਕ ਵਾਰ ਕੋਈ ਫੈਸਲਾ ਲੈ ਲੈਣ ਤੇ ਵਾਪਸ ਨਹੀਂ ਮੁੜਦੇ, ਉਹਨਾਂ ਨੂੰ ਵੀ ਆਪਣੇ ਫੈਸਲਿਆਂ ਨੂੰ ਵਾਪਸ ਲੈਣਾ ਪਿਆ। ਇੰਨੀ ਵੱਡੀ ਜਿੱਤ ਤੋਂ ਬਾਅਦ ਕਿਸੇ ਵੀ ਆਮ ਆਦਮੀ, ਇਹ ਤੇ ਲੀਡਰ ਨੇ, ਕਿਸੇ ਵੀ ਆਮ ਆਦਮੀ ਦੇ ਅੰਦਰ ਪੋਲੀਟੀਕਲ ਇੰਸਪੀਰੇਸ਼ਨਸ ਜਾਗ ਸਕਦੀਆਂ। ਔਰ ਜਿੱਥੇ ਤੱਕ ਗੱਲ ਕੈਪੇਬਿਲਿਟੀ ਦੀ ਕਰੀਏ ਤੇ ਮੈਂ ਸਮਝਣਾ ਕਿ ਇਹ ਸਾਰੇ ਦੇ ਸਾਰੇ ਕਿਸਾਨੀ ਆਗੂ ਚੰਗੇ ਪੋਲੀਟੀਸ਼ੀਅਨ ਸਾਬਿਤ ਵੀ ਹੋ ਸਕਦੇ ਨੇ, ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਮੋਰਚੇ ਦੀ ਲੀਡਰਸ਼ਿਪ ਨੂੰ ਸਾਂਭ ਕੇ ਰੱਖਿਆ ਔਰ ਆਪਣੇ ਆਪ ਨੂੰ ਜਿਸ ਤਰੀਕੇ ਨਾਲ ਮੀਡੀਆ ਦੇ ਵਿੱਚ ਗੱਲਬਾਤ ਕਰਦੇ ਹੋਏ ਜੋ ਸਮਝਦਾਰੀ ਉਹਨਾਂ ਨੇ ਦਿਖਾਈ ਔਰ ਮੋਰਚੇ ਨੂੰ ਲੀਡ ਕਰਨ ਦੇ ਵਿੱਚ ਜੋ ਸਮਝਦਾਰੀ ਉਹਨਾਂ ਨੇ ਦਿਖਾਈ, ਉਹਦੇ ਰਾਹੀਂ ਮੈਨੂੰ ਤੇ 1% ਵੀ ਡਾਊਟ ਨਹੀਂ ਕਿ ਰਾਜਨੀਤੀ ਦੇ ਵਿੱਚ ਵੀ ਜੇ ਅਗਰ ਇਹ ਸਮਝਦਾਰੀ ਏਦਾਂ ਦੀ ਦਿਖਾਣ ਤੇ ਇਹ ਕਾਮਯਾਬ ਹੋ ਸਕਦੇ ਨੇ। ਹੁਣ ਏਦਾਂ ਗੱਲਾਂ ਚੱਲਣੀ ਸੁਭਾਵਿਕ ਹੈਗੀ ਹੈ। ਔਰ ਜਦ ਬਲਬੀਰ ਰਾਜੇਵਾਲ ਉਹਨਾਂ ਮੀਡੀਆ ਨਾਲ ਜਾਂ ਕਿਸੇ ਵੀ ਪੱਤਰਕਾਰ ਨਾਲ ਗੱਲ ਕਰਦੇ ਨੇ ਤੇ ਉਹਨਾਂ ਦੀ ਇੱਕ ਇੱਕ ਗੱਲ ਨੂੰ ਸੁਣ ਕੇ ਚੰਗਾ ਲੱਗਦਾ ਹੈ।
ਕਿਸ ਤਰੀਕੇ ਨਾਲ ਮੋਰਚੇ ਦੀ ਸ਼ੁਰੂਆਤ ਹੋਈ, ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੇ ਹਰਿਆਣਾ ਦੇ ਆਗੂ ਸੀਗੇ, ਕਹਿੰਦੇ ਆ ਕਿ ਉਹ ਗੁੱਸੇ ਵਾਲੇ ਲੀਡਰ ਹੈਗੇ ਆ, ਜਿਹੜੇ ਵੀ ਕਿਸਾਨੀ ਆਗੂ ਹੈਗੇ ਨੇ, ਉਹਨਾਂ ਨੂੰ ਸਾਂਭ ਕੇ ਰੱਖਣਾ, ਉਹਨਾਂ ਨੂੰ ਸ਼ਾਂਤੀ ਕਾਇਮ ਰੱਖ ਕੇ ਬਣਾਉਣ ਵਾਸਤੇ ਇੱਕ ਮੋਟੀਵੇਟ ਕਰਨਾ, ਇਹ ਇੱਕ ਬੜਾ ਵੱਡਾ ਕੰਮ ਸੀਗਾ, ਜੋ ਅਗਰ ਇਹਨਾਂ ਲੀਡਰਾਂ ਨੇ ਕਰਕੇ ਦਿਖਾਤਾ ਤੇ ਰਾਜਨੀਤੀ ਦੇ ਵਿੱਚ ਅਗਰ ਵਧੀਆ ਤਰੀਕੇ ਨਾਲ ਇਹਨਾਂ ਦੀ ਐਂਟਰੀ ਹੁੰਦੀ ਹੈ ਤਾਂ ਇਹਨਾਂ ਦਾ ਫਿਊਚਰ ਵੀ ਚੰਗਾ ਹੋ ਸਕਦਾ ਹੈ। ਔਰ ਅਗਰ ਇਹ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੇ ਨੇ ਤੇ ਇਹਦੇ ਵਿੱਚ ਕੋਈ ਗਲਤ ਗੱਲ ਵੀ ਨਹੀਂ ਹੈਗੀ, ਕਿਉਂਕਿ ਜਦ ਤੁਸੀਂ ਸਿਸਟਮ ਦਾ ਪਾਰਟ ਬਣਦੇ ਹੋ ਤੇ ਤੁਸੀਂ ਕਿਸਾਨਾਂ ਦੇ ਵਾਸਤੇ ਜੋ ਤੁਹਾਡੇ ਵਿਚਾਰ ਹੈਗੇ ਨੇ, ਜੋ ਤੁਹਾਡੀ ਇੱਕ ਤਰੀਕੇ ਨਾਲ ਕਿ ਵੀ ਕਿਸਾਨੀ ਨੂੰ ਕਿਸ ਤਰੀਕੇ ਨਾਲ ਸੰਕਟ ਤੋਂ ਉਭਾਰਿਆ ਜਾ ਸਕਦਾ ਹੈ, ਉਹਦੇ ਉਪਾਏ ਹੈਗੇ ਨੇ, ਉਹਦੇ ਸਟੈਪਸ ਹੈਗੇ ਨੇ, ਉਹ ਤੁਸੀਂ ਵਧੀਆ ਤਰੀਕੇ ਨਾਲ ਲੈ ਸਕਦੇ ਹੋ ਔਰ ਸਰਕਾਰਾਂ ਨੂੰ ਵੀ ਗਾਈਡ ਕਰ ਸਕਦੇ ਹੋ ਵੀ ਅੱਗੇ ਚੱਲ ਕੇ ਕਿਸ ਤਰੀਕੇ ਨਾਲ ਅਸੀਂ ਕਿਸਾਨੀ ਨੂੰ ਸੰਕਟ ਤੋਂ ਕੱਢੀਏ। ਮੈਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਬੁਰਾਈ ਨਹੀਂ, ਅਗਰ ਉਹ ਸਿਆਸੀ ਖੇਤਰ ਦੇ ਵਿੱਚ ਆ ਕੇ ਕਾਮਯਾਬ ਹੁੰਦੇ ਨੇ ਤੇ ਇਹ ਚੰਗੀ ਗੱਲ ਹੈਗੀ। ਬਿਲਕੁਲ ਇਸੇ ਸਮੇਂ ਜਦੋਂ ਜੇ ਮੰਨ ਲਓ ਕਿਸਾਨ ਜਥੇਬੰਦੀਆਂ ਸਿਆਸਤ ਵਿੱਚ ਪੈਰ ਰੱਖਦੀਆਂ, ਲੋਕ ਚੇਤਨਾ ਔਰ ਲੋਕਾਂ ਦੇ ਜਿਹੜੀਆਂ ਲੋਕਾਂ ਦੀਆਂ ਖਾਹਿਸ਼ਾਂ ਦੇ ਅਨੁਕੂਲ ਉਹ ਅੱਗੇ ਵੱਧਦੇ ਨੇ, ਤਾਂ ਉਸ ਵੇਲੇ ਇਹ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਹੋਊਗੀ ਕਿ ਉਹ ਕਿਸ ਵੋਟ ਬੈਂਕ ਤੇ ਜਾਣਗੇ, ਉਹ ਕਿਹੜੀ ਵੋਟ ਬੈਂਕ ਨੂੰ ਖੋਰਾ ਲਾਉਣਗੇ। ਉਹ ਕਿਸਾਨੀ ਦੀ ਵੋਟ ਬੈਂਕ ਜਿਹੜੀ ਕਾਂਗਰਸ ਔਰ ਅਕਾਲੀ ਦਲ ਨਾਲ ਸਿੱਧੀ ਜੁੜੀ ਆ ਪਿੰਡਾਂ ਦੇ ਵਿੱਚ, ਉਹ ਉਹਦੇ ਤੇ ਸੱਟ ਮਾਰਨਗੇ। ਇਹ ਵੀ ਦੇਖਣਾ ਹੋਊਗਾ ਕਿ ਕੀ ਐਸੀ ਸਥਿਤੀ ਦੇ ਵਿੱਚ ਬੈਨੀਫਿਟ ਕਿਸ ਧਿਰ ਨੂੰ ਹੁੰਦਾ ਹੈ, ਕੀ ਕਿਸਾਨ ਆਗੂਆਂ ਦੇ ਵਿੱਚੋਂ ਕਿੰਨੇ ਪ੍ਰਤੀਸ਼ਤ ਲੋਕ ਜਿੱਤਣ ਦੀ ਸਥਿਤੀ 'ਚ ਹੋਣਗੇ। ਇਹ ਵੀ ਦੇਖਣ ਵਾਲੀ ਗੱਲ ਆ। ਜਦੋਂ ਵੋਟ ਬਹੁਤ ਜਗ੍ਹਾ ਤੇ ਵੰਡੀ ਜਾਊਗੀ ਤਾਂ ਕੌਣ-ਕੌਣ ਲੋਕ ਫਾਈਟ ਦੇਣਗੇ, ਕੈਂਡੀਡੇਟਸ ਵੀ ਇਸ ਵਾਰੀ ਦੇਖੇ ਜਾਣਗੇ। ਇਤਿਹਾਸਕ ਮੋੜ ਤੇ ਆ ਇਹ ਇਲੈਕਸ਼ਨ। ਆਮ ਤੌਰ ਤੇ ਪੰਜਾਬ 'ਚ ਦੋ ਧਿਰੀ ਲੜਾਈ ਹੁੰਦੀ ਆ, ਅਕਾਲੀ ਕਾਂਗਰਸ ਇਹੀ ਲੜਾਈ ਰਹਿੰਦੀ ਆ ਤੇ ਅਕਾਲੀਆਂ ਦੇ ਨਾਲ ਬੀਜੇਪੀ ਵਾਲੇ ਹੁੰਦੇ ਸੀਗੇ। ਇਸ ਵਾਰੀ ਇਹ ਲੜਾਈ 4 ਧਿਰਾਂ 'ਚ ਚਲੇਗੀ ਆ। ਜੇਕਰ ਕਿਸਾਨੀ ਆਮ ਆਦਮੀ ਨਾਲ ਜੁੜ ਜਾਂਦੀ ਹੈ ਤਾਂ ਉਹ ਵੱਡੀ ਧਿਰ ਬਣ ਜਾਂਦੀ ਹੈ, ਲੇਕਿਨ ਜੇ ਬਸਪਾ ਨੂੰ ਤੁਸੀਂ ਬੀਜੇਪੀ ਨੂੰ ਦੇਖਦੇ ਹੋ ਅਮਰਿੰਦਰ ਸਿੰਘ ਔਰ ਢੀਂਡਸਾ ਦੇ ਨਾਲ, ਮੰਨ ਲਓ ਜਿਹੜੇ ਕਿਤੇ ਗੱਲਾਂ ਨੇ ਅਜੇ ਕੁਝ ਫਾਈਨਲ ਨਹੀਂ ਹੋਇਆ, ਢੀਂਡਸਾ ਸਾਹਿਬ ਦੁਚਿੱਤੀਆਂ ਦਾ ਸ਼ਿਕਾਰ ਨੇ। ਜੇਕਰ ਮੰਨ ਲਓ ਬੀਜੇਪੀ ਕੈਪਟਨ ਔਰ ਢੀਂਡਸਿਆਂ ਦੇ ਨਾਲ ਅੱਗੇ ਵੱਧਦੀ ਹੈ ਤਾਂ ਉਹ ਕਿਸ ਵੋਟ ਨੂੰ ਫੋਕਸ ਕਰਨਗੇ? ਕੀ ਹਿੰਦੂ ਵੋਟ ਕੰਸੋਲੀਡੇਟ ਹੋ ਜਾਏਗੀ, ਕਿਸਾਨੀ ਵੋਟ, ਵਪਾਰੀਆਂ ਦੀ ਵੋਟ, ਇਹਨਾਂ ਦੇ ਵਿੱਚ ਕੋਈ ਕਿਸੇ ਪੱਧਰ ਤੇ ਪੁਰਾਣੀ ਕੋਈ ਟਕਰਾਅ ਜਾਂ ਜਿਹੜਾ ਅੰਦੋਲਨ ਚੱਲਿਆ ਉਸ ਨਜ਼ਰੀਏ ਤੋਂ, ਜਾਂ ਸੁਰੱਖਿਆ ਦੀ ਭਾਵਨਾ ਵਧਾਈ ਜਾਊਗੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਵੀ ਜ਼ਿਕਰ ਕਰਦੇ ਰਹੇ ਪੁਰਾਣੇ ਸਮਿਆਂ 'ਚ। ਇਹ ਬੜਾ ਤੀਖਣ ਸਵਾਲ ਆ, ਲੇਕਿਨ ਇਸੇ ਵੇਲੇ ਸ਼ਾਇਦ ਸਭ ਤੋਂ ਵੱਡਾ ਸੰਕਟ ਅਕਾਲੀ ਦਲ ਲਈ ਵੀ ਸੀਗਾ। ਅਕਾਲੀ ਦਲ ਲਈ ਕਿਸਾਨੀ ਔਰ ਪੰਥਕ ਵੋਟ ਦਾ ਖੁਰਨਾ ਉਹਨਾਂ ਲਈ ਇੱਕ ਫਿਕਰ ਸੀ। ਇਸੇ ਫਿਕਰ ਦੇ ਨਜ਼ਰੀਓਂ ਜਿਹੜੀ ਕਿੱਲੀ ਚਾਲਾਂ ਦੀ ਰੈਲੀ ਹੈ 14 ਤਰੀਕ ਵਾਲੀ, ਉਹਦੇ ਤੋਂ ਪਹਿਲਾਂ ਪੇਸ਼ਬੰਦੀਆਂ ਕੀਤੀਆਂ ਜਾ ਰਹੀਆਂ, ਕੁਝ ਵੱਡੇ ਐਲਾਨ ਹੋ ਸਕਦੇ ਆ। ਅਕਾਲੀ ਦਲ ਜਦੋਂ ਦਾ ਆਰਐਸਐਸ ਤੋਂ ਵੱਖ ਹੋਇਆ, ਮੈਂ ਆਰਐਸਐਸ ਇਸ ਕਰਕੇ ਕਹਿ ਰਿਹਾ ਕਿਉਂਕਿ ਅਕਸਰ ਇਲਜ਼ਾਮ ਲੱਗਦਾ ਸੀ ਕਿ ਅਕਾਲੀ ਦਲ ਤਾਂ ਜੀ, ਬਾਦਲ ਪਰਿਵਾਰ ਤਾਂ ਜੀ ਆਰਐਸਐਸ ਦੇ ਇਸ਼ਾਰਿਆਂ ਤੇ ਚੱਲਦਾ। ਹੁਣ ਜਦੋਂ ਉਹ ਗੱਲ ਨਹੀਂ ਰਹੀ, ਜਦੋਂ ਮਜਬੂਰੀ 'ਚ ਕਹਿ ਲਓ ਜਾਂ ਕਿਸੇ ਵੀ ਤਰੀਕੇ ਨਾਲ ਉਹ ਉਹਦੇ ਵਿੱਚੋਂ ਬਾਹਰ ਆ ਚੁੱਕੇ ਆ ਗੱਠਜੋੜ ਦੇ ਵਿੱਚੋਂ, ਔਰ ਹੁਣ ਟਕਰਾਅ ਵੀ ਆ। ਸਿਰਸੇ ਵਰਗਾ, ਮਨਜਿੰਦਰ ਸਿੰਘ ਸਿਰਸੇ ਵਰਗਾ ਲੀਡਰ ਉਹ ਪੱਟ ਕੇ ਲੈ ਗਏ, ਇਹਨਾਂ ਨੇ ਅਨਲ ਜੋਸ਼ੀ ਵਰਗੇ ਪੱਟ ਲਏ, ਦੋਨਾਂ ਦੇ ਵਿੱਚ ਟਕਰਾਅ ਆ। ਤਾਂ ਫਿਰ ਅਕਾਲੀ ਦਲ ਸਮਝਦਾ ਹੈ ਕਿ ਇਸ ਮੌਕੇ ਤੇ ਪੰਥਕ ਵੋਟ ਵੱਲ ਮੁੜਿਆ ਜਾਵੇ। ਲੋਕ ਜੇ ਇਹਨੂੰ ਦੇਰ ਸਵੇਰ ਸਮਝਣਗੇ ਤਾਂ ਸਾਡੀ ਜੜ ਸਾਨੂੰ ਮਿਲ ਜੂ, ਤੇ ਜੇ ਜੜ ਮਿਲਦੀ ਆ ਤਾਂ ਫਿਰ ਸਾਡੀ ਲੜਾਈ ਵਧੀਆ ਹੋ ਜਾਂਦੀ ਆ। ਹੁਣ ਕਿਸਾਨੀ ਪਿੰਡਾਂ ਦੇ ਵਿੱਚ ਪੰਥਕ ਤੇ ਕਿਸਾਨੀ ਵੋਟ ਦੇ ਉੱਤੇ ਕਿੰਨਾ ਹੱਕ ਰੱਖਦੀ, ਅਕਾਲੀ ਦਲ 14 ਤਰੀਕ ਦੀ ਰੈਲੀ ਦੇ ਵਿੱਚ ਉਸ ਪੁਰਾਣੀ ਵੋਟ ਨੂੰ ਕਿੰਨਾ ਟੁੰਬਦਾ, ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਦਿਨ ਕਿਵੇਂ ਅੱਗੇ ਵਧਾਇਆ ਜਾਂਦਾ, ਉਹਨਾਂ ਦੇ ਭਾਸ਼ਣ ਦੇ ਕਿਹੜੇ ਜਿਹੜੇ ਅੰਸ਼ ਹੋਣਗੇ ਉਹ ਪ੍ਰਭਾਵਿਤ ਕਰਨਗੇ ਲੋਕਾਂ ਨੂੰ। ਕੀ ਪੰਜਾਬ ਦੀ ਰਾਜਨੀਤੀ ਵਿੱਚ ਅਕਾਲੀ ਦਲ ਆਪਣੀ ਪੁਰਾਣੀ ਜ਼ਮੀਨ ਦੇ ਨਾਲ ਅੱਗੇ ਵੱਧ ਪਾਊਗਾ? ਕਿਸ ਤਰ੍ਹਾਂ ਦਾ ਨੈਰੇਟਿਵ, ਕਿਸ ਤਰ੍ਹਾਂ ਦਾ ਬਿਰਤਾਂਤ ਸਿਰਜਿਆ ਜਾਊਗਾ? ਕੀ ਇਸੇ ਹੀ ਮੋਗੇ ਦੀ ਜਗ੍ਹਾ ਤੋਂ ਜਿਹੜੀ ਪੰਜਾਬੀ ਪਾਰਟੀ ਬਣ ਗਈ ਸੀ ਅਕਾਲੀ ਦਲ, ਇੱਕ ਵਾਰੀ ਫਿਰ ਪੰਜਾਬੀ ਤੋਂ ਸਿੱਖ ਪਾਰਟੀ ਜਾਂ ਪੰਥਕ ਪਾਰਟੀ ਬਣਾਤੀ ਜਾਊਗੀ, ਜਾਂ ਸੰਕੇਤ ਮਾਤਰ? ਇਹਨਾਂ ਚੀਜ਼ਾਂ ਨੂੰ ਇਹ ਦੇਖਣਾ ਬਹੁਤ ਦਿਲਚਸਪ ਹੋਊਗਾ। ਲੇਕਿਨ ਇਹ ਤਰੀਕ ਜਿਹੜੀ ਆ 14, 15, ਇਹਨਾਂ ਤਰੀਕਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਨੇ ਦਿਸ਼ਾ ਲੈਣੀ ਆ। ਸਿਆਸੀ ਪਾਰਟੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਹੀ ਫੈਸਲੇ ਕਰਨੇ ਆ ਕਿ ਕਿਸਾਨੀ ਦਾ ਰੁਖ ਕੀ ਆ, ਕਿਸਾਨੀ ਲੀਡਰਸ਼ਿਪ ਕਿਵੇਂ ਅੱਗੇ ਵਧਣਾ ਚਾਹੁੰਦੀ ਆ। ਜਿੱਤ ਦੇ ਜਸ਼ਨਾਂ ਨੇ ਇਹ ਤਾਂ ਸਾਫ਼ ਕਰਤਾ ਕਿ ਪੰਜਾਬ ਦੇ ਲੋਕ ਇਸ ਜਿੱਤ ਨੂੰ ਆਪਣੀ ਜਿੱਤ ਮੰਨਦੇ ਆ, ਉਹਨਾਂ ਹਿੱਕ ਨਾਲ ਲਾ ਕੇ ਬੈਠੇ ਆ। ਸੋ ਭਾਸਕਰ ਸਾਹਿਬ, ਜਾਂਦੇ ਜਾਂਦੇ ਮੈਨੂੰ ਇਹ ਜ਼ਰੂਰ ਟਿੱਪਣੀ ਦਿਓ
ਕਿ ਵੋਟ ਵੰਡ ਨੂੰ ਲੈ ਕੇ, ਵਰਗਾਂ ਧੜਿਆਂ ਧਰਮਾਂ ਦੀ ਰਾਜਨੀਤੀ ਨੂੰ ਲੈ ਕੇ ਜੋ ਇਤਿਹਾਸਕ ਚੋਣ ਹੋਣ ਵਾਲੀ ਆ, ਇਹਦੇ ਵਿੱਚ ਕੈਂਡੀਡੇਟਸ ਤੇ ਕਿਰਦਾਰ ਵੀ ਕਿਸੇ ਨਜ਼ਰ ਚ ਆਉਣਗੇ ਜਾਂ ਸਿਰਫ ਵਰਗਾਂ ਧੜਿਆਂ ਚ ਵੰਡ ਕੇ ਵੋਟ ਪੈ ਜਾਊਗੀ। ਵੈਸੇ ਪੰਜਾਬ ਦਾ ਇਹ ਖਾਸਾ ਰਿਹਾ ਕਿ ਇੱਥੇ ਪੋਲਰਾਈਜੇਸ਼ਨ ਘੱਟ ਹੁੰਦਾ ਹੈ, ਇੱਥੇ ਧਰੁਵੀਕਰਨ ਨਹੀਂ ਹੁੰਦਾ। ਜ਼ੋਰ ਲਾ ਕੇ ਵੀ ਕਰਨ ਦੀ ਕੋਸ਼ਿਸ਼ ਕੀਤੀ ਜਿਹਨੇ, ਨਹੀਂ ਹੋਇਆ। ਪਰ ਫਿਰ ਵੀ ਇਹ ਤੇ ਟਿੱਪਣੀ ਜ਼ਰੂਰ ਦਿਓ ਕਿ ਕਿਸ ਦਿਸ਼ਾ ਨੂੰ ਵੱਧ ਰਹੇ ਹਾਂ ਅਸੀਂ। ਰੰਧਾਵਾ ਜੀ, ਅਗਰ ਪੰਜਾਬ ਦੀ ਪੋਲਿਟਿਕਸ ਦੀ ਗੱਲ ਕਰੀਏ ਤੇ ਇਸ ਟਾਈਮ ਜਿੰਨੇ ਵੀ ਸੂਝਵਾਨ ਪੱਤਰਕਾਰ ਹੈਗੇ ਨੇ ਉਹ ਕਨਫਿਊਜ਼ਡ ਹੈਗੇ ਨੇ। ਜੇ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ ਕਿ ਅੱਜ ਦੀ ਡੇਟ ਵਿੱਚ ਸਰਕਾਰ ਕਿਹਦੀ ਬਣੇਗੀ, ਬੜਾ ਔਖਾ ਹੈ ਕਹਿਣਾ। ਕਾਂਗਰਸ ਦੀ ਮਾੜੀ ਮੋਟੀ ਜੀ ਐਜ ਲੱਗਦੀ ਹੈ, ਪਰ ਅੰਦਰੂਨੀ ਲੜਾਈਆਂ ਕਾਂਗਰਸ ਦੀ ਇੰਨੀ ਕੁ ਆਉਣ ਵਾਲੇ ਟਾਈਮ ਵਿੱਚ ਵੱਧ ਜਾਣੀ ਹੈ, ਉਹ ਜਿਹੜੀ ਐਜ ਹੈਗੀ ਹੈ ਉਹ ਵੀ ਕਿਸੇ ਨਾ ਕਿਸੇ ਜਗ੍ਹਾ ਪਿੱਛੇ ਨਜ਼ਰ ਆਏਗੀ। ਭਾਜਪਾ ਜਿਹਨੂੰ ਆਪਾਂ ਜ਼ੀਰੋ ਕਹਿੰਦੇ ਸੀਗੇ, ਉਹ ਵੀ ਆਪਣੀ ਨੀਂਹ ਰੱਖਣੀ ਉਹਨਾਂ ਨੇ ਸ਼ੁਰੂ ਕੀਤੀ ਹੈ। ਔਰ 15 ਤਰੀਕ ਦੀ ਵੇਟ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਵੱਡੇ ਆਗੂ ਵੱਖ-ਵੱਖ ਪਾਰਟੀਆਂ ਤੋਂ ਉਹ ਭਾਜਪਾ ਨੂੰ ਜੁਆਇਨ ਕਰਨਗੇ। ਉਸ ਤੋਂ ਬਾਅਦ ਉਹ ਕਿੱਥੇ ਜਾ ਕੇ ਖੜਦੀ ਹੈ ਤੇ ਉਹਦਾ ਵੋਟਿੰਗ ਜਾਂ ਪੋਲ ਪ੍ਰੋਸਪੈਕਟਸ ਕਿੱਦਾਂ ਦੇ ਬਣਦੇ ਨੇ, ਇਹ ਵੀ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ। ਆਮ ਆਦਮੀ ਪਾਰਟੀ ਦਾ ਨੈਰੇਟਿਵ ਤੇ ਇੱਕ ਸੈੱਟ ਹੁੰਦਾ ਹੈ ਜਦ ਉਹ ਕਹਿੰਦੇ ਨੇ ਕਿ ਇੱਕ ਮੌਕਾ ਆਪ ਨੂੰ, ਪਰ ਉਹ ਨੈਰੇਟਿਵ ਜਦ ਜ਼ਮੀਨੀ ਪੱਧਰ ਤੇ ਦੇਖਦੇ ਆ ਜਾਂ ਉਹਨਾਂ ਦੇ ਕੈਂਡੀਡੇਟਸ ਨੂੰ ਦੇਖਦੇ ਆ ਤੇ ਉਹ ਕਦੀ ਨਾ ਕਦੀ ਉਹ ਜਿੱਤ ਦੇ ਵਿੱਚ ਨਜ਼ਰ ਨਹੀਂ ਆਉਂਦੇ। ਜੇ ਕੋਈ ਉੱਤੋਂ ਦੇਖ ਕੇ ਵੋਟ ਪਾਉਣ ਦੀ ਕੋਸ਼ਿਸ਼ ਕਰੇਗਾ ਆਮ ਆਦਮੀ ਪਾਰਟੀ ਨੂੰ ਤੇ ਗੱਲ ਬਣ ਸਕਦੀ ਹੈ। ਜੇ ਕੈਂਡੀਡੇਟ ਨੂੰ ਦੇਖ ਕੇ ਵੋਟ ਪਾਏਗਾ ਤੇ ਸ਼ਾਇਦ ਗੱਲ ਨਾ ਬਣੇ। ਹੁਣ ਗੱਲ ਰਹੀ ਅਕਾਲੀ ਦਲ ਦੀ। ਅਕਾਲੀ ਦਲ ਆਪਣੀ ਪੰਥਕ ਜੜ੍ਹਾਂ ਨੂੰ ਖੋ ਚੁੱਕਿਆ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਿਛਲੇ 2 ਇਲੈਕਸ਼ਨ ਪਾਰਲੀਮੈਂਟ ਦਾ ਤੇ ਜਿਹੜਾ ਅਸੈਂਬਲੀ ਦਾ, ਉਹ ਸਿਰਫ ਇਹਨਾਂ ਮੁੱਦਿਆਂ ਤੇ ਹੀ ਹਾਰੇ ਸੀਗੇ ਕਿ ਉਹਨਾਂ ਨੇ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਆਪਣੇ ਆਪ ਨੂੰ ਪਾਕ ਸਾਫ਼ ਨਾ ਕਰ ਪਾਣਾ ਉਹਨਾਂ ਨੂੰ ਬੜਾ ਭਾਰੀ ਪਿਆ। ਹੁਣ ਦੁਬਾਰਾ ਪੰਥਕ ਵੋਟਾਂ ਨਾਲ, ਪੰਥਕ ਰਾਜਨੀਤੀ ਨਾਲ ਉਹ ਜੁੜਨ ਦੀ ਕੋਸ਼ਿਸ਼ ਤੇ ਕਰ ਰਹੇ ਨੇ, ਪਰ ਜਿਹੜੇ ਉਹਨਾਂ ਦੇ ਚੋਣ ਰਣਨੀਤੀਕਾਰ ਸੀ ਉਹਨਾਂ ਨੇ ਸੁਖਬੀਰ ਬਾਦਲ ਨੂੰ ਬਜਾਏ ਕਿ ਪੰਥਕ ਰਾਜਨੀਤੀ ਦੇ ਨਾਲ ਜੁੜਨ ਦੀ ਸਲਾਹ ਦੇਣ ਦੇ, ਉਹਨਾਂ ਨੇ ਉਹਨਾਂ ਨੂੰ ਜਲੇਬੀਆਂ ਬਣਾਉਣ ਲਾਤਾ। ਕੋਈ ਛੋਲੇ ਕੁਲਚੇ ਖਾਓ, ਟਿੱਕੀਆਂ ਖਾਓ, ਜਲੇਬੀ ਬਣਾਓ। ਮੈਨੂੰ ਲੱਗਦਾ ਹੈ ਕਿ ਇਸ ਕਰਕੇ ਰਣਨੀਤੀਕਾਰ ਦੇ ਨਾਲ ਉਹਨਾਂ ਦੀ ਬਹੁਤੀ ਬਣੀ ਨਹੀਂ ਕਿ ਇਹ ਜਲੇਬੀਆਂ ਵਾਲੀ ਰਾਜਨੀਤੀ ਇੱਕ ਪੰਥਕ ਦਲ ਦੇ ਲੀਡਰ ਨੂੰ ਕੋਈ ਬਹੁਤੀ ਚੰਗੀ ਨਹੀਂ ਲੱਗੀ। ਹਾਲਾਂਕਿ ਆਮ ਆਦਮੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਦ ਜਲੇਬੀਆਂ ਦੀ ਗੱਲ ਹੋਈ ਸੀ, ਪਰ ਉਹ ਗੱਲ ਦੂਜੇ ਪਾਸੇ ਤੁਰ ਗਈ। ਹੁਣ 14 ਤਰੀਕ ਦੀ ਰੈਲੀ ਦੇ ਵਿੱਚ ਦੁਬਾਰਾ ਅਕਾਲੀ ਦਲ ਨੂੰ ਇੱਕ ਪੰਥਕ ਪਾਰਟੀ ਵਜੋਂ ਉਭਾਰਨ ਵਾਸਤੇ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਕੋਸ਼ਿਸ਼ ਕਾਮਯਾਬ ਹੁੰਦੀ ਹੈ ਤੇ ਇਹਦਾ ਫਾਇਦਾ ਵੀ ਹੋ ਸਕਦਾ ਹੈ। ਹੁਣ ਕਿਹਾ ਇਹ ਜਾਂਦਾ ਹੈ ਕਿ ਚਿੱਟੀ ਦਾੜੀਆਂ ਵਾਲੇ ਜਿਹੜੇ ਅਕਾਲੀ ਦਲ ਦੇ ਲੀਡਰ ਸੀਗੇ, ਜਿਹੜੇ ਆਗੂ ਸੀਗੇ, ਜਿਨ੍ਹਾਂ ਨੂੰ ਹਜੇ ਤੱਕ ਦਰਕਿਨਾਰੇ ਕੀਤਾ ਹੋਇਆ ਸੀਗਾ, ਉਹ ਇੱਕ ਵਾਰ ਫੇਰ ਅਕਾਲੀ ਸਟੇਜ ਦੇ ਵਿੱਚ ਨਜ਼ਰ ਆਉਣਗੇ ਔਰ ਉੱਥੋਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਪੰਥ ਦੀ ਰੱਖਿਆ ਜਾਂ ਪੰਥ ਦਾ ਪ੍ਰਚਾਰ ਪ੍ਰਸਾਰ ਅਗਰ ਕੋਈ ਕਰ ਸਕਦਾ ਹੈ ਉਹ ਸਿਰਫ ਅਕਾਲੀ ਦਲ ਹੈਗਾ। ਕਿਉਂਕਿ ਵੱਖਰੀ ਹੋਰ ਜਿਹੜੀ ਪਾਰਟੀਆਂ ਹੈਗੀਆਂ ਉਹਨਾਂ ਸਾਰਿਆਂ ਕੋਲ ਐਦਾਂ ਦਾ ਕੋਈ ਵੀ ਨੈਰੇਟਿਵ ਨਹੀਂ ਹੈਗਾ ਜੋ ਅਕਾਲੀ ਦਲ ਦੀ ਝੋਲੀ ਦੇ ਵਿੱਚ ਹੈਗਾ। ਪਰ ਉਸ ਨੈਰੇਟਿਵ ਨੂੰ ਕਿਸ ਤਰ੍ਹਾਂ ਉਹ ਸੈੱਟ ਕਰਦੇ ਨੇ, ਇਹ ਦੇਖਣ ਵਾਲੀ ਗੱਲ ਹੈ। ਬਿਲਕੁਲ ਖੇਤਰੀ ਪਾਰਟੀਆਂ ਦੀ ਲੋੜ ਤੇ ਜ਼ੋਰ ਦਿੱਤਾ ਜਾਊਗਾ। ਖੇਤਰੀ ਮੁੱਦਿਆਂ ਨੂੰ ਖੇਤਰੀ ਲੋਕ ਹੀ ਹੱਲ ਕਰਨ ਦੀ ਸਮਰੱਥਾ ਰੱਖਦੇ ਨੇ, ਇਹ ਵੀ ਕਿਹਾ ਜਾਊਗਾ। ਔਰ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇਹ ਜ਼ਰੂਰ ਕਿਹਾ ਜਾਵੇ ਕਿ ਪੰਥਕ ਏਕਤਾ ਸਮੇਂ ਦੀ ਲੋੜ ਆ, ਬਣਦਾ ਵੀ ਆ। ਲੇਕਿਨ ਸਵਾਲ ਇਹ ਆ ਕਿ ਇਹਦੇ ਵਿੱਚ ਤੁਸੀਂ ਆਪਣੇ ਨਿੱਜ ਕਿੰਨੇ ਬਾਹਰ ਰੱਖ ਪਾਉਂਦੇ ਹੋ। ਜੇ ਖੇਤਰੀ ਪਾਰਟੀ ਜਾਂ ਕੌਮੀ ਮੁੱਦਿਆਂ ਦੀ ਗੱਲ ਕਰਨੀ ਆ ਤਾਂ ਪਹਿਲਾਂ ਉਹਨਾਂ ਦੇ ਹਾਣ ਦਾ ਹੋਣਾ ਪਊਗਾ। ਉਹਨਾਂ ਦੇ ਹਾਣ ਦਾ ਹੋਣ ਲਈ ਤੁਸੀਂ ਕਿਹੜੀਆਂ ਕੁਰਬਾਨੀਆਂ ਤੇ ਕਿਹੜੇ ਐਫਰਟਸ ਲਾਉਂਦੇ ਹੋ, ਇਹ ਲੋਕ ਨਹੀਂ ਚਲਾ ਕੇ ਤੱਕਦੇ ਰਹਿੰਦੇ ਆ। ਸਿਰਫ ਗੱਲਾਂ ਨਾਲ ਬਹੁਤੇ ਮਸਲੇ ਹੱਲ ਨਹੀਂ ਹੁੰਦੇ। ਕਿਧਰੇ ਨਾ ਕਿਧਰੇ ਪ੍ਰੈਕਟੀਕਲੀ ਤੁਹਾਨੂੰ ਆਪਣੇ ਆਪ ਨੂੰ ਮੈਦਾਨ 'ਚ ਲਿਆਉਣਾ ਪੈਂਦਾ, ਦਿਖਾਉਣਾ ਪੈਂਦਾ ਹੈ। ਅਕਾਲੀ ਦਲ 14 ਤਰੀਕ ਨੂੰ ਕਿਸ ਤਰ੍ਹਾਂ ਦੀ ਰਣਨੀਤੀ ਨਾਲ ਲੋਕ ਕਚਹਿਰੀ 'ਚ ਪੇਸ਼ ਹੁੰਦਾ, ਕਿਉਂਕਿ 5 ਲੱਖ ਦੇ ਇਕੱਠ ਦਾ ਅੰਕੜਾ ਦਿੱਤਾ ਗਿਆ ਔਰ ਇੰਨੇ ਕੁ ਇਕੱਠ ਜਿਹੜੇ ਦਿਸਣੇ ਕੋਈ ਵੱਡੀ ਗੱਲ ਨਹੀਂ ਹੁੰਦੀ। ਲੇਕਿਨ ਉਸ ਦਿਨ ਵਿਚਾਰ ਦੇ ਰੂਪ ਦੇ ਵਿੱਚ, ਬਦਲਾਅ ਦੇ ਰੂਪ ਦੇ ਵਿੱਚ, ਲੀਡਰਸ਼ਿਪ ਦੇ ਨਜ਼ਰੀਏ ਤੋਂ ਕਿਸ ਤਰ੍ਹਾਂ ਦੀ ਤਬਦੀਲੀ ਦਰਕਾਰ ਹੋਊਗੀ ਜਾਂ ਕਿਸ ਤਰੀਕੇ ਨਾਲ ਅੱਗੇ ਵਧਿਆ ਜਾਊਗਾ, ਇਹ ਦੇਖਣਾ ਬਣੂਗਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।